All attention. Miss Narinder Kaur Paraj. बात ले लेंगे. बहुत बहुत धन्यवाद स्पीकर साहब. मैं ਸਥਾਨਕ ਸਰਕਾਰਾਂ ਸੰਬੰਧੀ ਮੰਤਰੀ ਦਾ ਧਿਆਨ ਲੋਕ ਮਹੱਤਤਾ ਦੇ ਇੱਕ ਜ਼ਰੂਰੀ ਮਾਮਲੇ ਵੱਲ ਦਿਵਾਉਣਾ ਚਾਹੁੰਦੀ ਹਾਂ. ਰਾਜ ਵਿੱਚ ਵੱਖ-ਵੱਖ ਸ਼ਹਿਰਾਂ ਅਤੇ ਕਸਬਿਆਂ ਵਿੱਚ ਫਾਇਰ ਟੈਂਡਰਸ ਦੀਆਂ ਗੱਡੀਆਂ ਸਰਕਾਰ ਦੁਆਰਾ ਦਿੱਤੀਆਂ ਗਈਆਂ ਹਨ, ਪਰ ਉਹ ਗੱਡੀਆਂ ਫਾਇਰ ਸਟੇਸ਼ਨਾਂ 'ਤੇ ਵੈਸੇ ਹੀ ਖੜੀਆਂ ਹਨ ਕਿਉਂਕਿ ਉਹਨਾਂ ਲਈ ਲੋੜੀਂਦਾ ਸਟਾਫ ਨਹੀਂ ਦਿੱਤਾ ਗਿਆ ਅਤੇ ਨਾ ਹੀ ਲੋੜੀਂਦਾ ਸਟਾਫ ਦੀ ਭਰਤੀ ਲਈ ਕੋਈ ਕਦਮ ਚੁੱਕੇ ਗਏ ਹਨ. ਨਤੀਜੇ ਵਜੋਂ ਕਿਸੇ ਅੱਗ ਲੱਗਣ ਦੀ ਦੁਰਘਟਨਾ 'ਤੇ ਕਾਬੂ ਨਹੀਂ ਪਾਇਆ ਜਾ ਸਕਦਾ. ਹਾਲ ਹੀ ਵਿੱਚ ਲੁਧਿਆਣਾ ਵਿਖੇ ਫੈਕਟਰੀ ਨੂੰ ਅੱਗ ਲੱਗ ਗਈ ਸੀ ਅਤੇ ਫਾਇਰ ਵਿਭਾਗ ਦੇ ਕਰਮਚਾਰੀਆਂ ਪਾਸ ਫਾਇਰ ਪ੍ਰੂਫ ਜੈਕਟਾਂ ਜਾਂ ਹੋਰ ਲੋੜੀਂਦਾ ਸਮਾਨ ਨਹੀਂ ਸੀ, ਜਿਸ ਦੇ ਸਿੱਟੇ ਵਜੋਂ ਫਾਇਰ ਵਿਭਾਗ ਦੇ ਕਈ ਕਰਮਚਾਰੀ ਮੌਤ ਦੇ ਸ਼ਿਕਾਰ ਹੋ ਗਏ. ਲੋਕਾਂ ਵਿੱਚ ਅਤੇ ਫਾਇਰ ਵਿਭਾਗ ਦੇ ਕਰਮਚਾਰੀਆਂ ਵਿੱਚ ਬੜੀ ਹਾਹਾਕਾਰ ਮਚੀ ਹੋਈ ਹੈ ਕਿ ਇਸ ਸੰਬੰਧੀ ਫਾਇਰ ਵਿਭਾਗ ਦੇ ਕਰਮਚਾਰੀਆਂ ਨੂੰ ਲੋੜੀਂਦਾ ਸਾਜੋ ਸਮਾਨ ਨਾ ਦੇਣਾ ਅਤੇ ਫਾਇਰ ਅਮਲੇ ਦੀ ਘਾਟ ਅਜਿਹੀਆਂ ਦੁਰਘਟਨਾਵਾਂ ਦੇ ਵੱਡੇ ਕਾਰਨ ਹਨ. ਸਥਾਨਕ ਸਰਕਾਰਾਂ ਮੰਤਰੀ ਇਸ ਸੰਬੰਧੀ ਬਿਆਨ ਦੇਣ ਦੀ ਕਿਰਪਾਲਤਾ ਕਰਨ ਜੀ. ਸਰਦਾਰ ਇੰਦਰਬੀਰ ਸਿੰਘ ਨਿੱਜਰ, ਸਥਾਨਕ ਸਰਕਾਰਾਂ ਮੰਤਰੀ. ਸਪੀਕਰ ਸਾਹਿਬ, ਸਾਡੇ ਕੋਲ 69 ਫਾਇਰ ਸਟੇਸ਼ਨ ਮੌਜੂਦ ਹਨ ਪੰਜਾਬ ਵਿੱਚ, ਜਿਨ੍ਹਾਂ ਵਿੱਚ 1042 ਫਾਇਰਮੈਨ ਅਤੇ 359 ਫਾਇਰ ਡਰਾਈਵਰ ਰੈਗੂਲਰ ਅਤੇ ਟੈਂਪਰੇਰੀ ਤੌਰ 'ਤੇ ਕੰਮ ਕਰ ਰਹੇ ਹਨ. ਸੋ ਅਸੀਂ ਹੁਣ ਇਹ ਪ੍ਰਪੋਜ਼ਲ ਰੱਖੀ ਹੈ ਕਿ ਅਸੀਂ ਟੈਂਪਰੇਰੀ ਤੌਰ 'ਤੇ ਨਾ ਰੱਖੀਏ, ਕਿਉਂਕਿ ਜਿਹੜਾ ਅੱਗ ਦਾ ਕੰਮ ਹੈ ਬੜਾ ਖਤਰਨਾਕ ਕੰਮ ਹੈ ਅਤੇ ਜਿਹੜੇ ਸਾਡੇ ਮੁਲਾਜ਼ਮ ਹੁਣ ਉਹ ਪੱਕੇ ਹੋਣ. ਸੋ ਅਸੀਂ ਪ੍ਰਪੋਜ਼ਲ ਬਣਾ ਲਈ ਹੈ 991 ਫਾਇਰਮੈਨ ਅਤੇ 326 ਡਰਾਈਵਰਾਂ ਵਾਸਤੇ. ਸੋ ਇਹਨਾਂ ਵਾਸਤੇ ਅਸੀਂ ਜਲਦ ਹੀ ਜਿਹੜਾ ਸਰਵਿਸ ਸਿਲੈਕਸ਼ਨ ਬੋਰਡ ਹੈ ਔਰ ਸਬਆਰਡੀਨੇਟ ਸਰਵਿਸ ਸਿਲੈਕਸ਼ਨ ਬੋਰਡ ਹੈ ਉਹਨਾਂ ਨੂੰ ਲਿਖ ਰਹੇ ਹਾਂ ਔਰ ਇਹ ਭਰਤੀਆਂ ਜਲਦੀ ਸ਼ੁਰੂ ਹੋ ਜਾਣਗੀਆਂ. ਮੈਂ ਇੱਕ ਹੋਰ ਵੀ ਗੱਲ ਦੱਸ ਦਿਆਂ ਇੱਥੇ ਕਿ ਟ੍ਰੇਨਿੰਗ ਵਾਸਤੇ ਸਾਡੇ ਜਿਹੜੇ ਫਾਇਰਮੈਨ ਹੁੰਦੇ ਨੇ ਜਿਹੜੇ ਟੈਂਪਰੇਰੀ ਤੌਰ 'ਤੇ ਉਹਨਾਂ ਨੂੰ ਤਾਂ ਬਹੁਤ ਲਿਮਿਟਡ ਜੀ ਟ੍ਰੇਨਿੰਗ ਦੇ ਕੇ ਉਹਨਾਂ ਨੂੰ ਸਿੱਧਾ ਹੀ ਕੰਮ 'ਤੇ ਲਾਤਾ ਜਾਂਦਾ, ਜੋ ਕਿ ਬਹੁਤ ਸਿਚੁਏਸ਼ਨ ਆਈਡੀਅਲ ਨਹੀਂ ਹੈ. ਸੋ ਸਾਨੂੰ ਨਾਗਪੁਰ ਘੱਲਣਾ ਪੈਂਦਾ ਹੈ ਰੈਗੂਲਰ ਬੰਦਿਆਂ ਨੂੰ, ਲੇਕਿਨ ਅਸੀਂ ਲਾਲਰੂ ਵਿੱਚ ਇੱਕ ਜ਼ਮੀਨ ਏਅਰਮਾਰਕ ਕਰ ਲਈ ਹੈ ਜੋ ਸਾਡੇ ਕੋਲ ਆ. ਹੁਣ ਅਸੀਂ ਉੱਥੇ ਇੱਕ ਇੰਸਟੀਚਿਊਟ ਬਣਾਉਣਾ ਚਾਹੁੰਦੇ ਹਾਂ ਜਿੱਥੇ ਫਾਇਰਮੈਨ ਸਾਡੇ ਟ੍ਰੇਨ ਕੀਤੇ ਜਾਣਗੇ ਔਰ ਇਹਦੇ ਵਿੱਚ ਸਿਰਫ ਉਹੀ ਫਾਇਦਾ ਨਹੀਂ ਲੈਣਗੇ, ਇਹਦੇ ਵਿੱਚ ਜਿਹੜੀ ਹੁਣ ਪ੍ਰਾਈਵੇਟ ਵੱਡੀਆਂ ਬਿਲਡਿੰਗਾਂ ਉਹਨਾਂ ਨੂੰ ਵੀ ਹੁਣ ਫਾਇਰ ਸੇਫਟੀ ਅਫਸਰ ਰੱਖਣੇ ਪੈਣਗੇ. ਸੋ ਉਹਨਾਂ ਦੀ ਟ੍ਰੇਨਿੰਗ ਵੀ ਇੱਥੇ ਹੋ ਜਾਇਆ ਕਰੇਗੀ ਔਰ ਉਹਨਾਂ ਨੂੰ ਮੁਲਾਜ਼ਮਤ ਵੀ ਮਿਲ ਜਾਏਗੀ. ਦੂਜੀ ਗੱਲ ਰਹੀ ਕਿ ਸਾਡੇ ਕੋਲ ਗੱਡੀਆਂ ਕਿੰਨੀਆਂ ਨੇ. ਸਾਡੇ ਕੋਲ 315 ਇਸ ਵੇਲੇ ਫਾਇਰ ਵਹੀਕਲ ਨੇ ਜੀ, ਜਿਹਦੇ 'ਚੋਂ 72 ਅਸੀਂ ਪਿਛਲੇ ਸਾਲ 'ਚ ਇਸ ਸਾਲ 'ਚ ਲਏ ਨੇ ਔਰ ਸਾਡੇ ਕੋਲ 69 ਹੈਗੇ ਨੇ ਜੀ ਹਾਈਡ੍ਰੋਲਿਕ ਕੰਬੀ ਟੂਲ, ਜਿਹਦੇ ਨਾਲ ਅਸੀਂ ਕੰਧ ਪਾੜਨੀ ਹੋਵੇ ਜਾਂ ਜੇ ਕਿਤੇ ਕਾਰ ਦਾ ਹਾਦਸਾ ਹੋ ਜਾਏ ਅਤੇ ਉਹਦੀ ਉਹ ਕਾਰ ਨੂੰ ਵੀ ਪਾੜਨਾ ਹੋਵੇ. ਸੋ ਇਹ ਸਾਡੇ ਕੋਲ 69 ਨੇ, ਜਿਹਦੇ 'ਚੋਂ 45 ਅਸੀਂ ਇਸ ਸਾਲ ਹੀ ਲਏ ਨੇ. ਸਾਡੇ ਕੋਲ ਫਾਇਰ ਐਂਟਰੀ ਜੈਕਟ ਜਿਹਨੂੰ ਅਸੀਂ ਪਾ ਕੇ ਅਤੇ ਅੱਗ ਦੇ ਵਿੱਚ ਖੜ੍ਹੇ ਹੋ ਸਕਦੇ ਹਾਂ, ਇਹ ਸਾਡੇ ਕੋਲ 42 ਨੇ, ਜਿਹਦੇ 40 ਅਸੀਂ ਇਸ ਸਾਲ 'ਚ ਲਏ ਹਾਂ. ਔਰ ਫਾਇਰ ਪ੍ਰੋਕਸੀਮਿਟੀ ਸੂਟ ਜਿਹਦੇ ਪਾ ਕੇ ਅਸੀਂ ਅੱਗ ਦੇ ਲਾਗੇ ਜਾ ਸਕਦੇ ਹਾਂ, ਇਹ ਸਾਡੇ ਕੋਲ 141 ਨੇ, ਜਿਹਦੇ 'ਚੋਂ 110 ਅਸੀਂ ਇਸ ਸਾਲ 'ਚ ਲਏ ਆ. ਸੋ ਬਾਕੀ ਇਹ ਹੈ ਕਿ ਅਸੀਂ ਨਾਲ ਸਮਾਨ ਲਈ ਜਾ ਰਹੇ ਹਾਂ ਔਰ ਸਾਡੀ ਕੋਸ਼ਿਸ਼ ਇਹੀ ਹੋਏਗੀ ਹੁਣ ਕਿ ਜਿਹੜੇ ਸਾਡੇ ਕੋਲ ਟੈਂਪਰੇਰੀ ਸਟਾਫ ਆਲਰੇਡੀ ਲੱਗਾ ਹੋਇਆ ਅਸੀਂ ਇਹਨਾਂ ਨੂੰ ਨਾਲ ਰੱਖਾਂਗੇ, ਇਹ ਸਾਡੇ ਕੰਮ ਕਰਨਗੇ. ਔਰ ਇਹਦੇ ਤੋਂ ਇਲਾਵਾ 991 ਜਿਵੇਂ ਮੈਂ ਦੱਸ ਚੁੱਕਿਆ ਕਿ ਅਸੀਂ ਨਵੇਂ ਫਾਇਰਮੈਨ ਭਰਤੀ ਕਰਨ ਜਾ ਰਹੇ ਹਾਂ, 326 ਡਰਾਈਵਰ ਭਰਤੀ ਕਰਨ ਜਾ ਰਹੇ ਹਾਂ. ਇੱਕ ਹੋਰ ਮੈਂ ਗੱਲ ਦੱਸਦਾ ਜਾਵਾਂ ਲੁਧਿਆਣੇ ਬਾਰੇ ਕਿ ਲੁਧਿਆਣੇ ਦੀ ਹਾਦਸਾ ਜਿਹੜਾ ਹੋਇਆ ਸੀਗਾ 20/11/17 'ਚ ਹੋਇਆ ਸੀਗਾ ਅਤੇ ਉਹ ਹਾਦਸਾ ਇਸ ਲਈ ਨਹੀਂ ਸੀ ਹੋਇਆ ਕਿ ਫਾਇਰ ਪ੍ਰੂਫ ਜੈਕਟਾਂ ਨਹੀਂ ਸੀ. ਹਾਦਸਾ ਇਸ ਲਈ ਹੋਇਆ ਸੀ ਕਿਉਂਕਿ 4 ਮੰਜ਼ਿਲਾ ਇੱਕ ਫੈਕਟਰੀ ਸੀਗੀ, ਜਿਹੜੀ ਬਿਲਡਿੰਗ ਡਿੱਗ ਪਈ ਸੀਗੀ ਅਤੇ ਜਿਹੜੇ ਫਾਇਰਮੈਨ ਉਸ ਵੇਲੇ ਅੰਦਰ ਸੀਗੇ ਉਹ ਦੱਬ ਕੇ ਉਸ 'ਚ ਉਹ ਸ਼ਹੀਦ ਹੋ ਗਏ ਸੀਗੇ, ਪੂਰੇ ਹੋ ਗਏ ਸੀਗੇ. ਤਾਂ ਇੱਕ ਅਸੀਂ ਹੁਣ ਉਹਨੂੰ ਅਸੀਂ ਕਹਿੰਦੇ ਹਾਂ ਜੀ ਟਰਨ ਟੇਬਲ ਗੱਡੀ ਹੁੰਦੀ ਹੈ ਜਿਹਦੇ ਵਿੱਚ ਅਸੀਂ ਕਾਫੀ ਉੱਚਾ ਜਾ ਸਕਦੇ ਹਾਂ. ਸੋ ਉਹਦੀ ਹਾਈਟ 55 ਮੀਟਰ ਜਿਹੜੀ ਕਿ 160 ਫੁੱਟ ਦੇ ਲਾਗੇ ਜਾ ਕੇ ਪਹੁੰਚ ਜਾਏਗੀ. ਉਹ ਆਰਡਰ ਹੋ ਗਈ ਹੈ, ਜਰਮਨੀ ਤੋਂ ਆ ਰਹੀ ਹੈ. ਅਤੇ ਇੱਕ ਸਾਡੇ ਕੋਲ ਗੱਡੀ ਆਲਰੇਡੀ ਹੈਗੀ ਜਿਹਨੂੰ ਬਰੋਂਟੋ ਸਕਾਈ ਲਿਫਟ ਕਹਿੰਦੇ ਆ, ਉਹ ਸਾਡੇ ਇਹਨਾਂ ਕੋਲ ਹੈਗੀ ਆ, ਪੁੱਡਾ ਵਾਲੇ ਕੋਲ ਹੈਗੀ ਆ. ਸੋ ਉਹ ਅਸੀਂ ਵਰਤ ਰਹੇ ਹਾਂ. ਉਹ ਜਿਹੜੀ ਹੈਗੀ ਆ ਉਹ ਅਸੀਂ ਇੱਥੇ ਮੋਹਾਲੀ ਔਰ ਜ਼ੀਰਕਪੁਰ 'ਚ ਖੜੀ ਕੀਤੀ ਹੋਈ ਹੈ ਅਤੇ ਜਿਹੜੀ ਬਾਹਰੋਂ ਆ ਰਹੀ ਹੈ ਉਹ ਜਾਏਗੀ ਜੀ ਲੁਧਿਆਣੇ ਵਾਸਤੇ, ਕਿਉਂਕਿ ਲੁਧਿਆਣੇ ਬਹੁਤ ਹਾਈ ਰਾਈਜ਼ ਬਿਲਡਿੰਗਾਂ ਹੈਗੀਆਂ ਨੇ. ਸੋ ਇਹਦੇ ਬਾਅਦ ਜਿਹੜੇ ਸਮਾਨ ਦੀ ਲੋੜ ਹੈ ਅਸੀਂ ਨਾਲ ਮੁਹੱਈਆ ਕਰਾਈ ਜਾਵਾਂਗੇ ਜੀ. ਮਿਸ ਨਰਿੰਦਰ ਕੌਰ ਪਰਾਜ. ਸਪੀਕਰ ਸਾਹਿਬ, ਮੈਂ ਮੰਤਰੀ ਸਾਹਿਬ ਤੋਂ ਪੁੱਛਣਾ ਚਾਹੁੰਦੀ ਹਾਂ ਕਿ
ਖਾਸ ਤੌਰ ਤੇ ਮੈਂ ਗੱਲ ਕਰੂੰਗੀ ਕਿ ਪੰਜਾਬ ਦਾ ਜਿਹੜਾ ਛੋਟੇ ਵਪਾਰੀ ਨੇ ਜਿਨ੍ਹਾਂ ਦਾ ਕਈ ਵਾਰ ਅੱਗ ਲੱਗ ਕੇ ਜਦੋਂ ਨੁਕਸਾਨ ਹੋ ਜਾਂਦਾ ਤਾਂ ਉਹਨਾਂ ਨੂੰ ਉਹਦੇ ਲਈ ਕੋਈ ਮੁਆਵਜ਼ੇ ਦੇ ਲਈ ਕੋਈ ਆਪਣੇ ਕੋਲ ਕੋਈ ਐਦਾਂ ਦੀ ਪ੍ਰੋਵੀਜ਼ਨ ਹੈਗੀ ਹੈ ਜਿਹਦੇ ਥਰੂ ਉਹਨਾਂ ਨੂੰ ਜਿਹੜਾ ਮੁਆਵਜ਼ਾ ਦਿੱਤਾ ਜਾ ਸਕਦਾ ਹੋਵੇ। ਤੇ ਦੂਸਰਾ ਮੈਂ ਪੁੱਛਣਾ ਚਾਹੁੰਦੀ ਹਾਂ ਕਿ ਜਿਹੜੇ ਫਾਇਰ ਬ੍ਰਿਗੇਡ ਦੇ ਜਿਹੜੇ ਮੁਲਾਜ਼ਮ ਨੇ, ਕਰਮਚਾਰੀ ਨੇ, ਉਹਨਾਂ ਦੀ ਭਰਤੀ ਤਾਂ ਹੋ ਜਾਂਦੀ ਹੈ ਤੇ ਉਹ ਤਨਖਾਹਾਂ ਜਿਹੜੀਆਂ ਨੇ ਉਹ ਲੋਕਲ ਜਿਹੜੀਆਂ ਕਮੇਟੀਆਂ ਨੇ ਜਾਂ ਮਿਊਨਿਸਪਲ ਕਮੇਟੀ ਹੋ ਗਈ ਜਾਂ ਕੌਂਸਲ ਹੋ ਗਈ ਉਹ ਦਿੰਦੇ ਨੇ। ਤਾਂ ਕਈ ਕਮੇਟੀਆਂ ਇੱਦਾਂ ਦੀਆਂ ਨੇ ਜਿਹੜੇ ਉਹਨਾਂ ਦੀਆਂ ਤਨਖਾਹਾਂ ਨਹੀਂ ਦੇ ਸਕਦੇ ਹੈਗੇ ਤੇ ਉੱਥੇ ਸਟਾਫ ਦੇ ਵਿੱਚ ਬੜੀ ਦਿੱਕਤ ਆਉਂਦੀ ਹੈ। ਤਾਂ ਉਹਨਾਂ ਦੇ ਲਈ ਅਸੀਂ ਕੀ ਜਿਹੜਾ ਵਿਚਾਰ ਕਰ ਰਹੇ ਹਾਂ? ਮੰਤਰੀ ਸਾਹਿਬ, ਇਹ ਸੱਚੀ ਗੱਲ ਹੈ ਜੀ ਕਿ ਜਿਹੜੀ ਫਾਈਨੈਂਸ਼ੀਅਲ ਹੈਲਥ ਆ ਛੋਟੀ ਮਿਊਨਿਸਪੈਲਿਟੀ ਦੀ ਬਹੁਤ ਮਾੜੀ ਹੈ ਔਰ ਕਈ ਜਗ੍ਹਾ ਤਨਖਾਹ ਦੇਣੀ ਕਾਫੀ ਦੇਰ ਔਖੀ ਰਹਿੰਦੀ ਹੈ। ਸੋ ਇਸ ਕਰਕੇ ਅਸੀਂ ਇਹ ਵੀ ਸੋਚ ਰਹੇ ਹਾਂ ਕਿ ਕੁਝ ਅਸੀਂ ਇੱਕ ਸੈਂਟਰਲ ਇੱਥੋਂ ਹੀ ਫੰਡ ਕ੍ਰੀਏਟ ਹੋ ਜਾ ਕਰੇ ਜਿਹਦੇ ਨਾਲ ਇਹਨਾਂ ਤਨਖਾਹਾਂ ਦਿੱਤੀਆਂ ਜਾ ਸਕਣ, ਸਪੈਸ਼ਲੀ ਛੋਟੀ ਜਗ੍ਹਾ ਵਾਲੀ ਜਿਵੇਂ ਡੇਰਾ ਬਾਬਾ ਨਾਨਕ ਹੈ, ਇਹੋ ਜਿਹੀ ਛੋਟੀਆਂ ਜਗ੍ਹਾਵਾਂ ਜਿੱਥੇ ਰੱਖਣੀ ਵੀ ਫਾਇਰ ਬ੍ਰਿਗੇਡ ਬਹੁਤ ਲਾਜ਼ਮੀ ਹੈ ਲੇਕਿਨ ਉਹਨਾਂ ਕੋਲ ਬਿਲਕੁਲ ਕਮੇਟੀ ਕੋ ਪੈਸੇ ਦੇਣ ਨੂੰ ਨਹੀਂ ਹੈਗੇ। ਸੋ ਇਹ ਪ੍ਰਪੋਜ਼ਲ ਬਿਲਕੁਲ ਠੀਕ ਹੈ ਇਹਨਾਂ ਦੀ, ਅਸੀਂ ਵੀ ਇਸ ਦੇ ਵਿੱਚ ਕਰ ਰਹੇ ਹਾਂ। ਦੂਜੀ ਗੱਲ ਜਿਹੜੀ ਤੁਸੀਂ ਗੱਲ ਕੀਤੀ ਆ ਇਹਦੇ ਬਾਰੇ, ਨੁਕਸਾਨ ਕਿਸੇ ਦਾ ਜਾਨੀ ਨੁਕਸਾਨ ਹੋ ਜਾਂਦਾ ਜਾਂ ਕਿਸੇ ਦਾ ਮਾਲੀ ਨੁਕਸਾਨ ਹੋ ਜਾਂਦਾ, ਉਹਦੇ 'ਚ ਫਿਰ DC ਕੋ ਫੰਡ ਹੁੰਦੇ ਨੇ ਜਾਂ CM ਸਾਹਿਬ ਕੋ ਫੰਡ ਹੁੰਦੇ ਨੇ। ਸੋ ਉਹਦੇ 'ਚ ਉਹਨਾਂ ਨੂੰ ਦਿੱਤਾ ਜਾ ਸਕਦਾ। ਥੈਂਕ ਯੂ। ਕਾਲ ਟੈਂਸ਼ਨ ਤੇ ਹੁੰਦਾ ਨਹੀਂ ਹੈ ਜੀ, ਜਿਨ੍ਹਾਂ ਦੀ ਕਾਲ ਟੈਂਸ਼ਨ ਹੈ ਉਹਨਾਂ ਨੂੰ ਹੀ ਮਿਲਣਾ ਹੈ। ਤੇ ਕੁੰਵਰ ਜੀ, ਗੱਲ ਹੈ ਸਰ ਮਾਨਯੋਗ ਸਪੀਕਰ ਸਾਹਿਬ, ਆਪ ਜੀ ਦੇ ਰਾਹੀਂ ਮੈਂ ਮੰਤਰੀ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਅੰਮ੍ਰਿਤਸਰ ਸਿਵਲ ਲਾਈਨ ਏਰੀਏ ਦੇ ਵਿੱਚ ਇੱਕ ਫਾਇਰ ਬ੍ਰਿਗੇਡ ਦੀ ਸਥਾਪਨਾ ਹੋ ਜਾਵੇ। ਪਿੱਛੇ ਮੈਡੀਕਲ ਕਾਲਜ ਦੇ ਵਿੱਚ ਆਗ ਲੱਗ ਗਈ ਸੀ ਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ ਤੇ ਇਸ ਕਰਕੇ ਸਿਵਲ ਲਾਈਨ ਏਰੀਏ ਦੇ ਵਿੱਚ ਇੱਕ ਫਾਇਰ ਬ੍ਰਿਗੇਡ ਦੀ ਬਹੁਤ ਹੀ ਲੋੜ ਹੈ ਜੀ। ਥੈਂਕ ਯੂ ਵੈਰੀ ਮਚ। ਥੈਂਕ ਯੂ। ਡਾਕਟਰ ਸੁਖਵਿੰਦਰ ਕੁਮਾਰ ਸੁਖੀ ਜੀ। ਧੰਨਵਾਦ ਸਰ। ਮੈਂ ਸਰਕਾਰ ਦਾ ਧਿਆਨ ਲੋਕ ਮਤਾਂ ਦੇ ਇੱਕ ਅਤ ਜ਼ਰੂਰੀ ਮਾਮਲੇ ਵੱਲ ਦਿਵਾਉਣਾ ਚਾਹੁੰਦਾ ਹਾਂ। ਭਾਵ ਰਾਜ ਵਿੱਚ ਅਵਾਰਾ ਅਤੇ ਖੁੰਖਾਰ ਕੁੱਤਿਆਂ ਦੁਆਰਾ ਬਜ਼ੁਰਗਾਂ, ਔਰਤਾਂ ਅਤੇ ਖਾਸ ਕਰਕੇ ਬੱਚਿਆਂ ਨੂੰ ਵੱਢਣ ਦੇ ਨਿੱਤ ਪ੍ਰਤੀ ਬਹੁਤ ਸਾਰੇ ਮਾਮਲੇ ਧਿਆਨ ਵਿੱਚ ਆ ਰਹੇ ਹਨ। ਬਜ਼ੁਰਗਾਂ, ਔਰਤਾਂ ਅਤੇ ਬੱਚਿਆਂ ਦਾ ਵੇਲੇ ਕੁਵੇਲੇ ਘਰਾਂ ਵਿੱਚੋਂ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਹੈ। ਰਾਜ ਵਿੱਚ ਹਰ ਰੋਜ਼ ਕੁੱਤਿਆਂ ਦੇ ਕੱਟਣ ਦੇ ਲਗਭਗ 250 ਕੇਸ ਆਉਂਦੇ ਹਨ। ਇਹ ਅੰਕੜੇ ਅੱਧੇ ਕੱਚ ਪੱਕੇ ਹੋ ਸਕਦੇ ਹਨ ਕਿਉਂਕਿ ਜੋ ਬਹੁਤ ਸਾਰੇ ਲੋਕ ਰਿਪੋਰਟ ਹੀ ਨਹੀਂ ਕਰਦੇ। ਖਾਸ ਕਰਕੇ ਪੇਂਡੂ ਖੇਤਰਾਂ ਵਿੱਚ ਸਥਿਤੀ ਇਸ ਤੋਂ ਵੀ ਕਿਤੇ ਜ਼ਿਆਦਾ ਚਿੰਤਾਜਨਕ ਹੈ। ਜਿੱਥੇ ਕਿਤੇ ਕੁੱਤਿਆਂ ਦੁਆਰਾ ਵੱਢੇ ਜਾਣ ਵਾਲੇ ਪੀੜਤ ਲੋਕ ਹਸਪਤਾਲਾਂ ਤੋਂ ਇਲਾਜ ਕਰਵਾਉਣ ਲਈ ਜਾਂਦੇ ਹਨ, ਉੱਥੇ ਲੋੜੀਂਦੇ ਟੀਕੇ, ਵੈਕਸੀਨ ਅਤੇ ਢੁਕਵੇਂ ਇਲਾਜ ਦੀ ਘਾਟ ਹੁੰਦੀ ਹੈ। ਪੀੜਤਾਂ ਨੂੰ ਅਜਿਹਾ ਕੇਸਾਂ ਵਿੱਚ ਪ੍ਰਾਈਵੇਟ ਇਲਾਜ ਕਰਾਉਣਾ ਪੈਂਦਾ ਹੈ ਜੋ ਕਿ ਬਹੁਤ ਹੀ ਮਹਿੰਗਾ ਹੈ ਅਤੇ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੁੰਦਾ ਹੈ। ਇਸ ਲਈ ਮੈਂ ਮੰਗ ਕਰਦਾ ਹਾਂ ਕਿ ਕੁੱਤਿਆਂ ਦੇ ਕੱਟਣ ਅਤੇ ਇਹਨਾਂ ਦੀ ਵੱਧ ਰਹੀ ਸੰਖਿਆ ਨੂੰ ਨੱਥ ਪਾਉਣ ਲਈ ਸਰਕਾਰ ਅਸਰਦਾਰ ਉਪਰਾਲੇ ਕਰੇ ਅਤੇ ਸਰਕਾਰੀ ਹਸਪਤਾਲਾਂ ਵਿੱਚ ਕੁੱਤਿਆਂ ਦੁਆਰਾ ਵੱਡੇ ਕੇਸਾਂ ਦੇ ਇਲਾਜ ਦੇ ਪੂਰੇ ਅਤੇ ਸਸਤੇ ਇਲਾਜ ਦਾ ਪ੍ਰਬੰਧ ਕੀਤਾ ਜਾਵੇ। ਮਾਮਲੇ ਦੀ ਪ੍ਰਤੱਖ ਅਤਿਅੰਤ ਮਹੱਤਤਾ ਅਤੇ ਗੰਭੀਰਤਾ ਦੇ ਮੰਦਰ ਸੰਬੰਧਿਤ ਮੰਤਰੀ ਜੀ ਸਦਨ ਵਿੱਚ ਵਿਸਤਾਰਪੂਰਵਕ ਬਿਆਨ ਦੇਣ ਦੀ ਖਿੱਚ ਕਰਦਾ। ਧੰਨਵਾਦ ਜੀ। ਡਾਕਟਰ ਇੰਦਰਬੀਰ ਸਿੰਘ ਨਿੱਜਰ, ਸਥਾਨਕ ਸਰਕਾਰ ਮੰਤਰੀ। ਸਰ ਇਹ ਸੱਚੀ ਗੰਭੀਰ ਮਸਲਾ ਹੈ ਕਿਉਂਕਿ ਕੁੱਤੇ ਬਹੁਤ ਜ਼ਿਆਦਾ ਵੱਧ ਰਹੇ ਨੇ ਤੇ ਇਹ ਜਿਹੜੀ ਅਰਬਨ ਲੋਕਲ ਬਾਡੀਜ਼ ਤੇ ਡਿਪਾਰਟਮੈਂਟ ਆਫ ਰੂਰਲ ਡਿਵੈਲਪਮੈਂਟ ਐਂਡ ਪੰਚਾਇਤ, ਇਹਨਾਂ ਦੇ ਅਧੀਨ ਐਨੀਮਲ ਬਰਥ ਕੰਟਰੋਲ ਜਿਹੜਾ ਰੂਲ 2001 ਸੀਗਾ ਉਹ ਸੈਂਟਰਲ ਗਵਰਨਮੈਂਟ ਨੇ ਨੋਟੀਫਾਈ ਕੀਤਾ ਸੀਗਾ ਔਰ ਉਹ ਕਾਨੂੰਨ ਕਹਿੰਦਾ ਹੈ ਕਿ the dogs will be sterilized, vaccinated under supervision of the veterinarians of the hospital run by the Society for Prevention of Cruelty to Animals, Animal Welfare Organization or other dog shelters. After necessary period of follow-up, the dogs shall be released at the same place or locality from where they were captured and the date, time and place of the release shall be recorded. ਹੁਣ ਕਾਫੀ ਕਿਉਂਕਿ ਤੁਹਾਨੂੰ ਛੋਟੇ ਹੁੰਦੇ ਯਾਦ ਹੋਣਾ ਕਿ ਪਹਿਲਾਂ ਤੇ ਸਟ੍ਰਿਕਨੀਨ ਪਾ ਕੇ ਹੀ ਸਾਰਾ ਕੰਮ ਇਹਨਾਂ ਨੂੰ ਕੁੱਤਿਆਂ ਨੂੰ ਖਤਮ ਕਰਤਾ ਜਾਂਦਾ ਸੀਗਾ। ਲੇਕਿਨ ਪ੍ਰੀਵੈਂਸ਼ਨ ਆਫ ਕਰੂਅਲਟੀ ਟੂ ਐਨੀਮਲ ਐਕਟ ਆਇਆ ਸੀਗਾ, ਸ਼ਾਇਦ 1960 'ਚ ਆਇਆ ਸੀਗਾ। ਇਹਦੇ ਅਧੀਨ ਫਿਰ ਇੱਕ ਐਨੀਮਲ ਵੈਲਫੇਅਰ ਬੋਰਡ ਬਣਿਆ ਔਰ ਐਨੀਮਲ ਵੈਲਫੇਅਰ ਬੋਰਡ ਦੱਸਦਾ ਵੀ ਕਿਵੇਂ ਕੁਝ ਕਰਨਾ। ਸੋ ਅਸੀਂ ਕਿਸੇ ਤਰ੍ਹਾਂ ਇਹਨਾਂ ਜਿਹੜੇ ਡੌਗਸ ਨੇ ਇਹਨਾਂ ਨੂੰ ਨਿਊਟਰਲਾਈਜ਼ ਨਹੀਂ ਕਰ ਸਕਦੇ, ਅਸੀਂ ਇਹਨਾਂ ਨੂੰ ਮਾਰ ਨਹੀਂ ਸਕਦੇ, ਅਸੀਂ ਸਿਰਫ ਨਿਊਟਰ ਕਰ ਸਕਦੇ ਹਾਂ, ਨਸਬੰਦੀ ਕਰ ਸਕਦੇ ਇਹਨਾਂ ਦੀ। ਅਤੇ ਉਹਦੇ ਵਿੱਚ ਹੀ ਬੜੇ ਉਹਨਾਂ ਸਟ੍ਰਿਕਟ ਕਾਨੂੰਨ ਰੱਖੇ ਨੇ ਕਿ ਜਿਹੜਾ ਸੈਂਟਰ ਕਰੇਗਾ ਉਹਦੇ 'ਚ ਇੰਨੇ ਵੈਟਰਨਰੀ ਚਾਹੀਦੇ ਆ, ਇੰਨੇ ਹੈਲਪਰ ਚਾਹੀਦੇ ਆ, ਇੰਨੇ ਫਾਰਮਾਸਿਸਟ ਚਾਹੀਦੇ ਆ।
ਇਹ ਹੁਣ ਦੋ ਤਰੀਕੇ ਨਾਲ ਕੀਤਾ ਜਾ ਸਕਦਾ, ਜਾਂ ਤਾਂ ਜਿਹੜੀਆਂ ਸਰਕਾਰੀ ਅਦਾਰੇ ਨੇ ਉੱਥੇ ਕੀਤੇ ਜਾਂ ਉਹ ਕਰਨ, ਜਿਹੜੇ ਸਰਕਾਰੀ ਵੈਟਰਨਰੀ ਹਸਪੀਟਲ ਨੇ ਉਹ ਕਰਨ। ਲੇਕਿਨ ਉਹਦੇ ਵਿੱਚ ਇਸ ਤਰ੍ਹਾਂ ਕਿ ਸਰਜਨ ਬਹੁਤ ਘੱਟ ਨੇ। ਜਿਵੇਂ ਅਸੀਂ ਅੰਮ੍ਰਿਤਸਰ ਲੈ ਲਈਏ ਤੇ ਉੱਥੇ ਵੇਰਕੇ 'ਚ ਇੱਕ ਹਸਪਤਾਲ ਹੈ ਜਿੱਥੇ ਪੋਲੀ ਕਲੀਨਿਕ ਹੈ, ਜਿੱਥੇ ਸਰਜਨ ਆਉਂਦਾ ਔਰ ਉਹਦੇ ਕੋਲ ਬਾਕੀ ਕੰਮ ਹੀ ਨਹੀਂ ਪੂਰਾ ਹੁੰਦਾ। ਔਰ ਵੈਸੇ ਵੀ ਇਹ ਜਿਹੜੇ ਲਾਜ਼ ਬੜੇ ਸਟ੍ਰਿਕਟ ਨੇ, ਉਹਦੇ 'ਚ ਤੁਹਾਨੂੰ ਜਿਹੜਾ ਕੁੱਤਾ ਪਕੜਨਾ ਹੈ, ਪਕੜ ਕੇ ਉਹਨੂੰ ਤਰੀਕੇ ਨਾਲ ਹਿਊਮਨ ਤਰੀਕੇ ਨਾਲ ਲੈ ਕੇ ਆਉਣਾ ਹੈ, ਨਿਊਟਰ ਕਰਨਾ ਹੈ, ਫਿਰ ਉਹਨੂੰ 4 ਦਿਨ ਖੁਰਾਕ ਦੇਣੀ ਹੈ, ਦਵਾਈਆਂ ਦੇਣੀਆਂ, ਔਰ ਫਿਰ ਉਸੇ ਗਲੀ ਮਹੱਲੇ 'ਚ ਦੁਬਾਰਾ ਛੱਡ ਕੇ ਆਉਣਾ। ਕਿਉਂਕਿ ਜੇ ਕਿਤੇ ਹੋਰ ਛੱਡ ਦਈਏ ਤਾਂ ਫਿਰ ਉਹਦੀ ਟੈਰੀਟਰੀ ਨਹੀਂ ਹੁੰਦੀ ਤੇ ਉਹ ਕੁੱਤੇ ਦੂਜੇ ਐਕਸੈਪਟ ਨਹੀਂ ਕਰਦੇ, ਤੁਹਾਨੂੰ ਮਾਰ ਦਿੰਦੇ ਨੇ। ਸੋ ਇਸ ਕਰਕੇ ਇਹ ਬੜਾ ਪੇਚੀਦਾ ਜਿਹਾ ਮਸਲਾ ਹੈ। ਔਰ ਦੂਜੀ ਗੱਲ ਹੈ ਕਿ ਜਿਹੜਾ ਵੀ ਇਹ ਕੰਮ ਕਰਨਾ ਚਾਹੁੰਦਾ, ਜਿਹੜੀ ਵੀ ਜਥੇਬੰਦੀ ਇਹ ਕੰਮ ਕਰਨਾ ਚਾਹੁੰਦੀ ਹੈ, ਉਹਨੂੰ ਫਿਰ ਐਨੀਮਲ ਵੈਲਫੇਅਰ ਬੋਰਡ ਕੋਲ ਜਾ ਕੇ ਪਰਮਿਸ਼ਨ ਲੈਣੀ ਪੈਂਦੀ ਹੈ, ਉਹਨਾਂ ਨਾਲ ਪਹਿਲਾਂ ਟਾਈਪ ਕਰਨਾ ਪੈਂਦਾ, ਫਿਰ ਉਹ ਸਾਡੇ ਕੋਲ ਆਉਂਦੇ ਨੇ। ਔਰ ਅਸੀਂ ਜਦੋਂ ਟੈਂਡਰ ਕੱਢਦੇ ਹਾਂ ਤਾਂ ਜੋ ਲੋਕਲ ਬਾਡੀਜ਼ ਟੈਂਡਰ ਕੱਢਦੀਆਂ ਤੇ ਉਹਦੇ ਵਿੱਚ ਉਹ ਅਪਲਾਈ ਕਰਦੇ ਨੇ। ਜੇ ਉਹ ਉਹਨਾਂ ਨਾਲ ਐਫੀਲੀਏਟਡ ਹੋਣ ਤੇ ਫਿਰ ਅਸੀਂ ਟੈਂਡਰ ਦੇ ਦਿੰਦੇ ਹਾਂ, ਕੋਈ 1000-1200 ਦੇ ਲਾਗੇ ਜਾ ਕੇ ਅਸੀਂ ਪਰ ਡੌਗ ਦਿੰਦੇ ਹਾਂ ਉਹਨਾਂ ਨੂੰ। ਸੋ ਇਹ ਕੰਮ ਚੱਲ ਰਿਹਾ। ਸਾਡੇ ਕੋਲ 4 ਸੈਂਟਰ ਨੇ ਜਿਹੜੇ ਅਸੀਂ ਬਣਾ ਲਏ, ਸੋਹਣੇ ਬਣਾ ਲਏ ਨੇ, ਲੁਧਿਆਣਾ, ਅੰਮ੍ਰਿਤਸਰ ਔਰ ਜ਼ੀਰਕਪੁਰ ਤੇ ਮੋਗਾ, ਤੇ ਇੱਥੇ ਕੰਮ ਵੀ ਚੱਲ ਰਿਹਾ। ਪਰ ਸਮੱਸਿਆ ਸਿਰਫ ਇੱਕੋ ਹੀ ਹੈ ਕਿ ਬਹੁਤ ਸਾਰੀਆਂ ਬਾਡੀਜ਼, ਲੋਕਲ ਬਾਡੀਜ਼ ਜਿਹੜੀਆਂ ਨੇ, ਉਹਨਾਂ ਨੂੰ ਜਿਹੜੇ ਐਸੋਸੀਏਟਸ ਨੇ ਹੈਲਪ ਕਰਨ ਨੂੰ ਉਹ ਨਹੀਂ ਮਿਲ ਰਹੇ। ਸੋ ਇਹ ਕਿਉਂਕਿ ਇਹਦੇ 'ਚ ਫਿਰ ਮਹਿਕਮੇ ਵੀ 4 ਆ ਜਾਂਦੇ ਨੇ, ਇੱਕ ਤੇ 'ਚ ਐਨੀਮਲ ਹਸਬੈਂਡਰੀ ਆ ਜਾਂਦਾ, ਇੱਕ 'ਚ ਹੈਲਥ ਡਿਪਾਰਟਮੈਂਟ ਆ ਜਾਂਦਾ, ਇੱਕ ਇਹਦੇ 'ਚ ਲੋਕਲ ਗਵਰਨਮੈਂਟ ਆ ਜਾਂਦੀ ਹੈ, ਇੱਕ ਪੰਚਾਇਤੀ ਰਾਜ ਜਿਹੜੀ ਆ ਜਾਂਦੀ ਹੈ। ਸੋ ਅਸੀਂ ਇਹ ਵੀ ਪਲਾਨ ਕਰ ਰਹੇ ਹਾਂ ਕਿ ਚਾਰੋਂ ਡਿਪਾਰਟਮੈਂਟ ਇਕੱਠੇ ਹੋ ਕੇ, ਇਹ ਮਸਲਾ ਬਹੁਤ ਪੇਚੀਦਾ, ਬਹੁਤ ਸੀਰੀਅਸ ਹੈ, ਅਸੀਂ ਇਹ 'ਤੇ ਸੀਰੀਅਸ ਹਾਂ ਤੇ ਅਸੀਂ ਇਸ 'ਤੇ ਕੰਮ ਕਰਾਂਗੇ। ਦੂਜੀ ਤੁਸੀਂ ਗੱਲ ਦੱਸੀ ਹੈ ਕਿ ਦਵਾਈਆਂ ਬਾਰੇ, ਉਹਦੇ ਬਾਰੇ ਜਿਹੜਾ ਹੈਲਥ ਡਿਪਾਰਟਮੈਂਟ ਤੋਂ ਮੈਨੂੰ ਜਵਾਬ ਆਇਆ ਉਹ ਇਹ ਹੈ ਕਿ ਸਾਡੇ ਕੋਲ ਜਿਹੜੀ ਵੈਕਸੀਨਸ ਨੇ ਉਹ ਕਾਫੀ ਮਾਤਰਾ 'ਚ ਹੈਗੀਆਂ ਨੇ, ਔਰ ਪਿਛਲੇ ਸਾਲ 1,20,000 ਵਾਇਲਸ ਲੱਗੀਆਂ ਸੀਗੀਆਂ ਤੇ ਇਸ ਸਾਲ ਹੁਣ ਤੱਕ 1,10,000 ਦੇ ਲੱਗ ਜਾ ਕੇ ਵਾਇਲਸ ਲੱਗੀਆਂ ਨੇ, ਕਹਿੰਦੇ ਉਪਲਬਧ ਨੇ, ਔਰ ਕਮਿਊਨਿਟੀ ਹੈਲਥ ਸੈਂਟਰਸ ਤੱਕ ਅਵੇਲੇਬਲ ਹੈ। ਜਿਹੜੀ ਐਂਟੀ ਰੈਬੀਜ਼ ਵੈਕਸੀਨ ਹੈਗੀ ਹੈ। ਜਿਹੜੇ ਹੋਰ ਦਵਾਈ ਦੀ ਲੋੜ ਪੈਂਦੀ ਹੈ ਜਾਂ ਟਾਂਕੇ ਲਾਉਣ ਦੀ ਲੋੜ ਪੈਂਦੀ, ਟਾਂਕੇ ਤਾਂ ਖੈਰ ਨਹੀਂ ਲਾਈਦੇ, ਜੋ ਵੀ ਦਵਾਈ ਦੀ ਹੋਰ ਲੋੜ ਪੈਂਦੀ ਉਹ ਵੀ ਪ੍ਰਿਆਪਤ ਮਾਤਰਾ 'ਚ ਸਾਡੇ ਕੋਲ ਹੈਗੀ ਹੈ। ਸੋ ਕੋਈ ਮੁਸ਼ਕਿਲ ਨਹੀਂ ਆਉਣੀ ਚਾਹੀਦੀ ਜੀ। ਡਾਕਟਰ ਸਾਹਿਬ, ਡਾਕਟਰ ਸੁਖਵਿੰਦਰ ਕੁਮਾਰ ਸੁੱਖੀ। ਸਰ, ਇਹ ਜਿਹੜਾ ਇਹ ਮਸਲਾ ਆ, ਇਹ ਕਿਸੇ ਪਾਰਟੀ ਦਾ, ਕਿਸੇ ਧਰਮ ਦਾ ਜਾਂ ਇਹ ਆਮ ਲੋਕਾਂ ਦਾ ਮਸਲਾ, ਕਿਉਂਕਿ ਇਹ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਦੇਸ਼ ਸਾਡੇ ਵਰਲਡ ਦੇ ਵਿੱਚ ਕੋਈ 60,000 ਲੋਕ ਜਿਹੜੇ ਹਰ ਸਾਲ ਇਹਦੇ ਕਰਕੇ, ਜਿਹੜੇ ਹਲਕਾ ਦੇ ਕਰਕੇ ਮਰ ਜਾਂਦੇ ਆ। ਔਰ ਬਦਕਿਸਮਤੀ ਹੈ ਕਿ 1/3 ਕੋਈ ਕਰੀਬ 20,000 ਲੋਕ ਜਿਹੜੇ ਆ ਉਹ ਸਾਡੇ ਇਸ ਦੇਸ਼ 'ਚ ਮਰਦੇ ਆ। ਔਰ ਜਦੋਂ ਅੱਤਵਾਦੀ ਵੀ ਜਿਹੜੇ ਅੱਤਵਾਦ ਦੇ ਪ੍ਰਭਾਵਿਤ ਖੇਤਰ ਵੀ ਆ, ਉੱਥੇ ਵੀ ਸਾਲ 'ਚ 20,000 ਨਹੀਂ ਮਰਦਾ। ਮੈਂ ਸਮਝਦਾ ਕਿ ਇਹਦੇ 'ਤੇ ਸਾਨੂੰ ਸਰਕਾਰਾਂ ਨੂੰ ਬੜਾ ਗੌਰ ਕਰਨਾ ਚਾਹੀਦਾ, ਕਿਉਂਕਿ ਕੁੱਤੇ ਦੇ ਜਿਹੜਾ ਵੱਢਦਾ ਉਹਨਾਂ ਕੱਲੀ ਡੈਥ ਨਹੀਂ, ਉਹਨਾਂ ਡਿਸੇਬਿਲਿਟੀ ਵੀ ਕਈ ਵਾਰੀ ਬਹੁਤ ਹੁੰਦੀ ਆ, ਕਿਉਂਕਿ ਕਈ ਵਾਰੀ ਐਕਸੈਸਿਵ ਬਲੀਡਿੰਗ ਨਾਲ ਬੰਦਾ ਉਹਦੀ ਕਿਸੇ ਦੀ ਬਾਂਹ ਵੱਢੀ ਜਾਂਦੀ ਹੈ, ਕਿਸੇ ਦੀ ਲੱਤ ਵੱਢੀ ਜਾਂਦੀ ਹੈ। ਸੋ ਮੇਰੀ ਬੇਨਤੀ ਇਹ ਹੈ ਕਿ ਜਿਹੜਾ 2030 ਦੇ ਵਿੱਚ 2030 ਦੇ ਵਿੱਚ ਜਿਹੜਾ ਅਸੀਂ ਕਿਹਾ ਕਿ ਅਸੀਂ 0 ਹਿਊਮਨ ਡੈਥ ਜਿਹੜੇ ਡੌਗ ਬਾਈਟਸ ਤੋਂ ਰੋਕਣੀ ਆ, ਮੈਨੂੰ ਲੱਗਦਾ ਕਿ ਸਾਡਾ ਸਾਲ ਦਾ ਸਿਰਫ 7-8 ਰਹਿ ਗਿਆ ਜੀ। ਸਾਡਾ ਉਧਰ ਨੂੰ ਅਜੇ ਅਸੀਂ ਉਧਰ ਨੂੰ ਤੁਰੇ ਨਹੀਂ, ਕਿਉਂਕਿ ਮੈਂ ਇਹ ਸਮਝਦਾ ਕਿ ਜੇ ਇਹ ਅਸੀਂ ਸਾਰੇ ਇਕੱਠੇ ਹੋ ਕੇ ਲੱਗੀਏ, ਕਿਉਂਕਿ ਜਿੰਨਾ ਚਿਰ ਮੈਂ ਮੰਤਰੀ ਸਾਹਿਬ ਨੂੰ ਜਾਣਨਾ ਚਾਹੁੰਦਾ ਕਿ ਕੀ ਇਸ ਤਰ੍ਹਾਂ ਹੋ ਸਕਦਾ ਕਿ ਜਿੰਨੇ ਕੁੱਤੇ ਉਹਨਾਂ 'ਤੇ ਕਹਿੰਦਾ ਮਤਲਬ ਪਹਿਲਾਂ ਤਾਂ ਐਂਟੀ ਰੇਬੀਜ਼ ਵੈਕਸੀਨ ਲਾਈ ਜਾਵੇ ਸਾਰਿਆਂ ਦੇ, ਇਹ ਪੋਸੀਬਲ ਹੈ, ਲਾਇਆ ਜਾ ਸਕਦੀ ਹੈ। ਜੇ ਕਰੋੜਾਂ ਰੁਪਈਆ ਅਸੀਂ ਹੋਰ ਪਾਸੇ ਖਰਚ ਸਕਦੇ ਇਹਨਾਂ ਨੂੰ ਐਂਟੀ ਰੇਬੀਜ਼ ਇੰਜੈਕਸ਼ਨ ਦਿੱਤੇ ਜਾ ਸਕਦੇ ਆ। ਸੈਕਿੰਡ ਇਹਨਾਂ ਨੇ ਕੀਤੀ ਵੀ ਉਹਨਾਂ ਦੀ ਨਸਬੰਦੀ। ਮੈਂ ਕਹਿੰਦਾ ਜਿੰਨਾ ਚਿਰ ਇਹਨਾਂ ਦੀ ਗਿਣਤੀ ਨਹੀਂ ਘਟਾਈ ਜਾਂਦੀ ਉਨਾ ਚਿਰ ਇਹ ਬੜਾ ਔਖਾ ਆ। ਸੋ ਮੈਂ ਸਮਝਦਾ, ਮੈਂ ਮੰਤਰੀ ਸਾਹਿਬ ਜਾਣੇ ਕਿ ਨਸਬੰਦੀ ਲਈ ਅਸੀਂ ਕੋਈ ਹਮਲਾ ਮਾਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਔਰ ਦੂਸਰਾ ਵੀ ਇਹਨਾਂ ਦੀ ਗਿਣਤੀ ਜਿਹੜੀ ਆ ਉਹ ਅੱਗੇ, ਕਿਉਂਕਿ ਜਿੰਨਾ ਚਿਰ ਅਸੀਂ ਇਹਨਾਂ ਦਾ ਗਰੋਥ ਨਹੀਂ ਰੋਕਦੇ, ਇਹਨਾਂ ਦਾ ਬਰਥ ਰੇਟ ਨਹੀਂ ਕੰਟਰੋਲ 'ਚ ਕਰਦੇ, ਉਹਨਾਂ 'ਚ ਮੈਨੂੰ ਲੱਗਦਾ ਸਮੱਸਿਆ ਰਹੇਗੀ। ਮੈਂ ਇਹੀ ਜਾਣਨਾ ਚਾਹੁੰਦਾ ਕਿ ਅਸੀਂ 2030 ਦੇ ਵਿੱਚ ਕੀ ਅਸੀਂ 0 ਹਿਊਮਨ ਡੈਥ ਕਰ ਲਾਂਗੇ? ਮੰਤਰੀ ਜੀ, ਮੈਂ ਤੁਹਾਨੂੰ ਵਿਸ਼ਵਾਸਨ ਦਵਾਉਣਾ ਫਲੋਰ ਦਾ ਹਾਊਸ ਤੇ ਕਿ ਇਹਨੂੰ ਅਸੀਂ ਬਹੁਤ ਟੌਪ ਪ੍ਰਾਇਰਟੀ 'ਤੇ ਰੱਖਾਂਗੇ। ਔਰ ਮੇਰੇ ਤੇ ਆਪਣੇ ਫੁੱਫੜ ਜੀ ਦੀ ਡੈਥ ਹੋਈ ਸੀ, ਜਿਨ੍ਹਾਂ ਕੋਲ ਮੇਰੇ ਵੱਡਾ ਹੋਇਆ ਪੜ੍ਹਿਆ, ਉਹ ਰੇਬੀਜ਼ ਨਾ ਹੋਈ ਸੀਗੀ। ਅੱਡ ਗੱਲ ਹੈ ਕਿ ਵੈਟਨੇਰੀਅਨ ਸੀਗੇ, ਇਹ ਅੱਡ ਗੱਲ ਹੈ ਕਿ ਪੜ੍ਹੇ ਲਿਖੇ ਸੀਗੇ। ਪਰ ਚਲੋ ਜਦੋਂ ਰੱਬ ਨੇ ਮੱਤ ਮਾਰਨੀ ਹੁੰਦੀ ਉਹਨੇ ਟੀਕਾ ਨਹੀਂ ਲਵਾਇਆ, ਮਰਜ਼ੀ ਨਾਲ ਨਹੀਂ ਲਵਾਇਆ, ਆਪਣੇ ਕਹਿੰਦੇ ਨਹੀਂ ਕੋਈ ਗੱਲ ਨਹੀਂ।
ਤੇ ਇਹ ਅਸੀਂ ਸੀਰੀਅਸਲੀ ਲਾਂਗੇ ਇਸ ਗੱਲ ਨੂੰ। ਤੁਹਾਡੀ ਗੱਲ ਬਿਲਕੁਲ ਠੀਕ ਹੈ। ਔਰ ਜਿਹੜੀਆਂ ਪੰਚਾਇਤੀ ਰਾਜ ਵਾਲੇ ਨੇ ਹਦਾਇਤਾਂ ਦਿੱਤੀਆਂ ਹੋਈਆਂ ਨੇ ਕਿ ਜਿੰਨੇ ਵੀ ਪਿੰਡਾਂ 'ਚ ਹੈਗੇ ਨੇ ਸਾਰੀ ਪੰਚਾਇਤਾਂ ਨੇ ਉਹ ਵੀ ਇਕੱਠੇ ਹੋ ਕੇ ਵੈਕਸੀਨੇਟ ਕਰਾਉਣ ਡੌਗਸ ਨੂੰ। ਸੋ ਇਹ ਹਾਲੇ ਗੱਲ ਚੱਲ ਰਹੀ ਹੈ, ਲੇਕਿਨ ਤੁਹਾਡੀ ਗੱਲ ਠੀਕ ਹੈ ਕਿ ਇੰਪਲੀਮੈਂਟੇਸ਼ਨ ਦੀ ਹੋਰ ਲੋੜ ਹੈ। ਔਰ ਮੈਂ ਵੀ ਅਕ੍ਰੋਸ ਪਾਰਟੀ ਲਾਈਨ ਦੀ ਗੱਲ ਕਰ ਰਿਹਾ ਕਿ ਅਸੀਂ ਇਸ ਨੂੰ ਸੀਰੀਅਸਲੀ ਲਾਂਗੇ। ਤੁਸੀਂ ਵੀ ਸਾਡੇ ਨਾਲ ਸਹਿਯੋਗ ਦਿਓ, ਰਲ ਮਿਲ ਕੇ ਆਪਾਂ ਇਹਨੂੰ ਆਪਾਂ ਇੱਕ ਪੰਜਾਬ ਦੀ ਕਾਮਨ ਪ੍ਰੋਬਲਮ ਸਮਝੀਏ ਔਰ ਇਹਨੂੰ ਹੱਲ ਕਰੀਏ। ਇਹ ਸਾਡੇ ਵਾਸਤੇ ਇੱਕ ਚੈਲੰਜ ਹੋਏਗਾ। ਥੈਂਕ ਯੂ। ਸਰਦਾਰ ਕੁਲਜੀਤ ਸਿੰਘ ਰੰਧਾਵਾ ਜੀ। ਸਤਿਕਾਰਯੋਗ ਸਪੀਕਰ ਸਾਹਿਬ, ਮੈਂ ਸਰਕਾਰ ਦਾ ਧਿਆਨ ਲੋਕ ਮਹੱਤਤਾ ਦੇ ਇੱਕ ਅਤੀ ਜ਼ਰੂਰੀ ਮਾਮਲੇ ਵੱਲ ਦਿਵਾਉਣਾ ਚਾਹੁੰਦਾ ਕਿ ਰਾਜ ਅੰਦਰ ਖਾਸ ਕਰਕੇ ਮੋਹਾਲੀ, ਪਟਿਆਲਾ, ਫਤਿਹਗੜ੍ਹ ਸਾਹਿਬ, ਰੋਪੜ ਜ਼ਿਲ੍ਹੇ ਦੇ ਅੰਦਰ ਝੋਨੇ ਦੀ ਫਸਲ ਉੱਤੇ ਚੀਨੀ ਵਾਇਰਸ ਡਵਾਰਫ ਦੇ ਹੋਏ ਹਮਲੇ ਕਾਰਨ ਹਜ਼ਾਰਾਂ ਏਕੜ ਜਿਹੜਾ ਝੋਨਾ ਹੈ ਉਹ ਬੁਰੀ ਤਰ੍ਹਾਂ ਤਬਾਹ ਹੋ ਚੁੱਕਾ ਹੈ। ਇਸ ਕਾਰਨ ਸੰਬੰਧਿਤ ਕਿਸਾਨਾਂ ਦਾ ਬਹੁਤ ਜ਼ਿਆਦਾ ਵਿੱਤੀ ਨੁਕਸਾਨ ਹੋਇਆ। ਸੰਬੰਧਿਤ ਕਿਸਾਨਾਂ ਵਿੱਚ ਬਹੁਤ ਜ਼ਿਆਦਾ ਚਿੰਤਾ, ਬੇਚੈਨੀ, ਨਿਰਾਸ਼ਾ ਪਾਈ ਜਾ ਰਹੀ ਹੈ। ਕਿਸਾਨ ਆਪਣੀਆਂ ਝੋਨੇ ਦੀਆਂ ਫਸਲਾਂ ਨੂੰ ਤਬਾਹ ਜਿਹੜੀਆਂ ਹੋਈਆਂ ਉਹਦੇ ਵਾਸਤੇ ਵਿੱਤੀ ਮਦਦ ਦੀ ਆਸ ਲਾਈ ਬੈਠੇ ਆ ਪੰਜਾਬ ਦੇ ਲੋਕ। ਮਾਮਲੇ ਦੀ ਪ੍ਰਤੱਖ ਅਤੇ ਅਤਿਅੰਤ ਮਹੱਤਤਾ ਦੇ ਮੁੱਦੇ ਨਜ਼ਰ ਸੰਬੰਧਿਤ ਮੰਤਰੀ ਸਾਹਿਬ ਸਦਨ ਵਿੱਚ ਬਿਆਨ ਦੇਣ ਦੀ ਕਿਰਪਾਲਤਾ ਕਰਨ। ਸ਼੍ਰੀ ਬ੍ਰਹਮ ਸ਼ੰਕਰ ਜਿੰਪਾ, ਮਾਨਯੋਗ ਮਾਲ ਮੰਤਰੀ। ਬਹੁਤ ਹੀ ਮਾਨਯੋਗ ਸਪੀਕਰ ਸਾਹਿਬ, ਮੈਂ ਤੁਹਾਡੇ ਰਾਹੀਂ ਕੁਲਜੀਤ ਰੰਧਾਵਾ ਜੀ, ਰਿਸਪੈਕਟਡ ਐਮਐਲਏ ਸਾਹਿਬ ਨੂੰ ਇਹ ਯਕੀਨ ਦਿਵਾਨਾ ਕਿ ਇਹ ਜਿਹੜਾ ਧਿਆਨ 'ਚ ਲਿਆਂਦਾ ਇਹਨਾਂ ਨੇ, ਜਲਦ ਹੀ ਜਿਹੜੀ ਸਾਡੀ ਰੈਗੂਲਰ ਗੋਦਾਵਰੀ ਜਿਹੜੀ ਹੈ ਉਹ ਚੱਲ ਰਹੀ ਹੈ। ਔਰ ਜਿੱਦਾਂ ਹੀ ਇਹਦੇ ਸਾਡੇ ਕੋਲ ਨਤੀਜੇ ਆਣਗੇ ਵੀ ਕਿੰਨਾ ਨੁਕਸਾਨ ਹੋਇਆ ਵਿੱਤੀ ਕਿਸੇ ਦਾ, ਤੇ ਡੈਫੀਨੇਟਲੀ ਇਹ ਮੁੱਖ ਮੰਤਰੀ ਜੀ ਨੇ ਪਹਿਲਾਂ ਹੀ ਨਿਰਦੇਸ਼ ਦਿੱਤੇ ਸੀ, ਚਾਹੇ ਉਹ ਸੁੰਡੀ ਕਰਕੇ ਹੋਇਆ, ਚਾਹੇ ਉਹ ਬਰਸਾਤ ਕਰਕੇ ਹੋਇਆ, ਇਹ ਰੈਗੂਲਰ ਗੋਦਾਵਰੀ ਜਿੱਦਾਂ ਹੀ ਸਾਡੇ ਸਾਹਮਣੇ ਆਉਂਦੀ ਹੈ, ਜਲਦ ਤੋਂ ਜਲਦ ਜਿਹੜਾ ਕਿਸਾਨਾਂ ਦਾ ਰਿਕਾਰਡ ਸਾਹਮਣੇ ਆਏਗਾ ਨੁਕਸਾਨ ਦਾ, ਉਹਨਾਂ ਦੀ ਵਿੱਤੀ ਭਰਪਾਈ ਜਿਹੜੀ ਹੈ ਜਲਦੀ ਸਰਕਾਰ ਜਿਹੜੀ ਹੈ ਮੁੱਖ ਮੰਤਰੀ ਦੇ ਆਦੇਸ਼ਾਂ ਦੇ ਅਨੁਸਾਰ ਕਰ ਦਿੱਤੀ ਜਾਵੇਗੀ। ਰੰਧਾਵਾ ਸਾਹਿਬ। ਸਤਿਕਾਰਯੋਗ ਸਪੀਕਰ ਸਾਹਿਬ, ਇਸ ਬਿਮਾਰੀ ਨੇ ਮੇਰੇ ਹਲਕੇ ਡੇਰਾਬੱਸੀ ਮੋਹਾਲੀ ਵਿੱਚ ਹਜ਼ਾਰਾਂ ਏਕੜ ਫਸਲ ਤਬਾਹ ਕਰ ਦਿੱਤੀ ਹੈ। ਕਿਸਾਨਾਂ ਨੇ ਇਸ ਤਰ੍ਹਾਂ ਦੀਆਂ ਕੀਮਤੀ ਖਾਦਾਂ, ਦਵਾਈਆਂ ਪਾ ਕੇ ਆਪਣੇ ਪੁੱਤਾਂ ਦੀ ਤਰ੍ਹਾਂ ਪਾਲੀ ਹੋਈ ਫਸਲ ਜਦ ਤਬਾਹ ਹੋਈ ਦੇਖਦੇ ਨੇ ਤਾਂ ਅੱਜ ਉਹਨਾਂ ਦੇ ਚੁੱਲ੍ਹਿਆਂ ਦੀ ਅੱਗ ਠੰਡੀ ਹੋਈ ਜਾਪਦੀ ਹੈ। ਸਪੀਕਰ ਸਾਹਿਬ, ਕਈ ਕਿਸਾਨਾਂ ਦੀ 100% ਫਸਲ ਖਰਾਬ ਹੋ ਚੁੱਕੀ ਹੈ। ਅੱਜ ਕਿਸਾਨ ਆਪਣੀਆਂ ਜਦੋਂ ਫਸਲਾਂ ਵਾਹੁੰਦੇ ਨੇ, ਮੈਂ ਵੀ ਇੱਕ ਕਿਸਾਨ ਪੁੱਤਾਂ, ਮੇਰੇ ਤੋਂ ਫਸਲ ਵਾਹੀ ਦੇਖੀ ਨਹੀਂ ਜਾਂਦੀ। ਉਹਨਾਂ ਕਿਸਾਨਾਂ ਨੇ 6 ਮਹੀਨੇ ਦੀ ਕੀਤੀ ਮਿਹਨਤ ਅਤੇ ਆਸਾਂ ਨਾਲ ਆਪਣੀ ਫਸਲਾਂ ਪਾਲੀਆਂ ਹਨ। ਬਹੁਤ ਸਾਰੇ ਕਿਸਾਨਾਂ ਨੇ ਠੇਕੇ ਤੇ ਜ਼ਮੀਨਾਂ ਲੈ ਕੇ ਜੀਰੀਆਂ ਲਾਈਆਂ ਸੀਗੀਆਂ, ਅੱਜ ਉਹ ਬਹੁਤ ਜ਼ਿਆਦਾ ਖਰਚਾ ਕਰ ਚੁੱਕੇ ਨੇ। ਕਿਸਾਨ ਆਪਣੀਆਂ ਫਸਲਾਂ ਵਾਹੁੰਦੇ ਵੇਖੇ ਨਹੀਂ ਜਾਂਦੇ, ਸਹੀ ਮੁਆਵਜ਼ਾ ਦਵਾਇਆ ਜਾਏ, ਖਰਚਾ ਬਹੁਤ ਜ਼ਿਆਦਾ ਆ ਚੁੱਕਾ ਹੈ। ਇਸ ਤਰ੍ਹਾਂ ਕਿਸਾਨ ਖੁਦਕੁਸ਼ੀਆਂ ਕਰ ਲੈਣਗੇ। ਮੈਂ ਮੰਤਰੀ ਸਾਹਿਬ ਤੋਂ ਮੰਗ ਕਰਦਾ ਕਿ ਇਸ ਬਾਰੇ ਜਲਦੀ ਤੋਂ ਜਲਦੀ ਇੱਕ ਹਫ਼ਤੇ ਦੇ ਅੰਦਰ ਅੰਦਰ ਵਿਸ਼ੇਸ਼ ਗਿਰਦਾਵਰੀ, ਤਾਂ ਕਿ ਮੇਰਾ ਇਲਾਕਾ ਜਿਹੜਾ ਉੱਥੇ ਸਬਜ਼ੀ ਦੀ ਆਮਦ ਬਹੁਤ ਹੁੰਦੀ ਹੈ, ਆਲੂ ਹੋਰ ਸਾਰੀਆਂ ਸਬਜ਼ੀਆਂ ਦੀ ਗਿਰਦਾਵਰੀ ਕਰਾ ਕੇ ਮਾਨਯੋਗ ਮੰਤਰੀ ਜੀ ਪਿੰਡ ਦੀ ਸੈਸ਼ਨ ਤੇ ਇਮੀਡੀਏਟਲੀ ਬਾਅਦ ਵਿਜ਼ਿਟ ਕਰਾ ਲੈਣ। ਇਸ ਬਾਰੇ ਅਸਲੀਅਤ ਬਾਰੇ ਤੁਹਾਨੂੰ ਜਾਣਕਾਰੀ ਮਿਲ ਸਕੇਗੀ। ਮੈਂ ਸਪੀਕਰ ਸਾਹਿਬ ਆਪ ਦੇ ਰਾਹੀਂ ਮੰਤਰੀ ਜੀ ਨੂੰ ਟਾਈਮ ਬਾਉਂਡ ਕਰਨ ਲਈ ਇਸ ਬਾਰੇ ਸਵਾਸ਼ਨ ਲੈਣਾ ਚਾਹਾਂਗਾ। ਸਪੀਕਰ ਸਾਹਿਬ, ਆਖਰੀ ਬੇਨਤੀ, ਅਗਲੇ ਸਾਲ ਲਈ ਸਰਕਾਰ ਨੂੰ ਕੁਝ ਇਹੋ ਜਿਹੇ ਉਪਰਾਲੇ ਕਰਨੇ ਚਾਹੀਦੇ ਨੇ, ਇਹੋ ਜਿਹੇ ਠੋਸ ਕਦਮ ਜਾਂ ਕੋਈ ਰਿਸਰਚ ਕਰਾਉਣੀ ਚਾਹੀਦੀ ਹੈ ਕਿ ਕਿਸਾਨਾਂ ਦੇ ਨਾਲ ਜੋ ਐਤਕੀ ਹੋਇਆ ਅਗਲੀ ਵਾਰ ਨਾ ਹੋਏ। ਉਹਨਾਂ ਨੇ ਦੇਖ ਕੇ ਬਾਕੀ ਕਿਸਾਨਾਂ ਦੇ ਅੰਦਰ ਡਰ, ਸਹਿਮ ਪੈਦਾ ਹੋਇਆ। ਇਸ ਲਈ ਇਸ ਬਾਰੇ ਅਗਲੇ ਸਾਲ ਚੀਨੀ ਵਾਇਰਸ ਬਿਮਾਰੀ ਦੁਬਾਰਾ ਨਾ ਫੈਲ ਸਕੇ, ਇਸ ਬਾਰੇ ਖੇਤੀਬਾੜੀ ਵਿਭਾਗ, ਖੇਤੀਬਾੜੀ ਯੂਨੀਵਰਸਿਟੀ ਨੂੰ ਇਨਵਲਾ ਕਰਕੇ ਨਾਲ ਮਿਕਸਅਪ ਕਰਕੇ ਐਡਵਾਂਸ ਪਲਾਨ ਕੀਤੀ ਜਾਏ, ਪੰਜਾਬ ਦੇ ਕਿਸਾਨ ਨੂੰ ਬਚਾਇਆ ਜਾ ਸਕੇ। ਧੰਨਵਾਦ ਜੀ। ਮੰਤਰੀ ਜੀ। ਐਮਐਲਏ ਸਾਹਿਬ ਦੀ ਜਿਹੜੀ ਚਿੰਤਾ ਹੈ ਉਹ ਕਿਸਾਨਾਂ ਦੇ ਪ੍ਰਤੀ ਬੜੀ ਵਾਜਬ ਹੈ। ਔਰ ਮੈਂ ਯਕੀਨ ਦਿਵਾਨਾ ਵੀ ਇਹ ਜਿਹੜੇ ਜ਼ਿਲ੍ਹਿਆਂ 'ਚ ਜਿਹੜਾ ਇਹਨਾਂ ਨੇ ਮੋਹਾਲੀ, ਪਟਿਆਲਾ ਜਾਂ ਇਹਨਾਂ ਨੇ ਡੇਰਾਬੱਸੀ ਦੀ ਵੀ ਵਿੱਚ ਗੱਲ ਕੀਤੀ ਜਿਹੜੀ ਸਪੈਸ਼ਲੀ, ਇਹ ਜਿਹੜੀ ਹੈਗੀ ਜਲਦ ਤੋਂ ਜਲਦ ਜਿਹੜੀ ਰਿਪੋਰਟ ਹੈ, ਤਕਰੀਬਨ ਮੈਂ ਕੋਸ਼ਿਸ਼ ਕਰਾਂਗਾ ਜਿੰਨੇ ਡਿਪਟੀ ਡੀਸੀ ਸਾਹਿਬਾਨ ਆ ਉਹਨਾਂ ਨੂੰ ਵੀ ਜਲਦੀ ਤੋਂ ਜਲਦੀ ਜਿਹੜੀ ਗੋਦਾਵਰੀ ਦੀ ਰਿਪੋਰਟ ਲਈ ਜਾਵੇ ਔਰ ਮੁੱਖ ਮੰਤਰੀ ਦੇ ਆਦੇਸ਼ ਦੇ ਅਨੁਸਾਰ ਜਿੱਦਾਂ ਉਹਨਾਂ ਦਾ ਜੋ ਵੀ ਆਰਥਿਕ ਸਹਾਇਤਾ ਜਲਦ ਤੋਂ ਜਲਦ ਕੀਤੀ ਜਾਏਗੀ, ਮੈਂ ਇਹਨਾਂ ਨੂੰ ਯਕੀਨ ਦਿਵਾਉਣਾ ਚਾਹੁੰਦਾ। ਔਰ ਬਾਕੀ ਇਹਨਾਂ ਨੇ ਕਿਹਾ ਵੀ ਖੇਤੀਬਾੜੀ ਮੰਤਰੀ ਵੀ ਮੇਰੇ ਨਾਲ ਬੈਠੇ ਆ, ਇਹ ਡੈਫੀਨੇਟਲੀ ਹੈ ਵੀ ਇਹਦੇ ਅੱਗੇ ਤੋਂ ਅਸੀਂ ਇਹ ਦੇਖਾਂਗੇ ਵੀ ਫਸਲਾਂ ਦਾ ਅਗਰ ਕਿਸੇ ਕੀੜੇ ਕਰਕੇ ਨੁਕਸਾਨ ਹੁੰਦਾ ਉੱਤੇ ਵੀ ਜ਼ਰੂਰ ਆਪਾਂ ਕੋਸ਼ਿਸ਼ ਕਰਾਂਗੇ ਪਹਿਲਾਂ ਹੀ
ਪ੍ਰੋਵੈਂਸ਼ਨਲ ਕੰਮ ਰੱਖਿਆ ਜਾਵੇ, ਦੇਖਿਆ ਜਾਵੇ। ਥੈਂਕ ਯੂ। ਅਗਲੀ ਆਈਟਮ ਨਿਯਮ ਨਿਯਮ 16 ਅਧੀਨ ਪ੍ਰਸਤਾਵ ਸਰਦਾਰ ਇੰਦਰਬੀਰ ਸਿੰਘ ਨਿੱਜਰ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਸਤਾਵ ਪੇਸ਼ ਕਰਨ। श्रीमान जी, ਇੱਕ ਮਿੰਟ ਨਿੱਜਰ ਸਾਹਿਬ, ਲੀਡਰ ਆਫ ਆਪੋਜੀਸ਼ਨ ਕੁਝ ਕਹਿਣਾ ਚਾਹੁੰਦੇ? ਪਾਰ ਤੋਂ ਬਾਅਦ ਲੈ ਕੇ ਆਓ ਪ੍ਰਸਤਾਵ। ਆਪਾਂ ਕਿਸੇ ਵੀ ਟਾਈਮ ਲੈ ਸਕਦੇ ਹਾਂ ਜ਼ੀਰੋ ਆਵਰ। ਨਹੀਂ ਨਹੀਂ ਦਿਸ ਫਿਰ ਉਹੀ ਗੱਲ, ਫਿਰ ਉਹ ਸੇਮ ਇਜ਼ ਦੀ ਥਿੰਗ। ਜੇ ਅਸੀਂ ਚਾਹੁੰਦੇ ਹਾਂ ਪੰਜਾਬ ਦੇ ਲੋਕ ਗੱਲ ਸੁਣ ਸਕਣ, ਸ਼ਾਂਤੀ ਨਾਲ ਗੱਲ ਕਰ ਸਕਣ, ਫਿਰ ਜ਼ੀਰੋ ਆਰ ਯੂ ਪ੍ਰੋਮਿਸਡ ਕਿ ਇਸ ਤੋਂ ਬਾਅਦ ਅਸੀਂ ਜ਼ੀਰੋ ਆਰ ਲਾਂਗੇ। ਯੂ ਆਰ ਗੋਇੰਗ ਬੈਕ ਔਨ ਯੂਰ ਓਨ ਵਰਡ ਨਾ। ਸਰ ਮੈਂ ਕਿਹਾ ਆਪਾਂ ਬਾਅਦ ਚ ਲੈ ਲਾਂਗੇ। ਨਹੀਂ ਸਰ, ਵੇਖੋ ਤੁਸੀਂ ਉਹ ਵਾਈ ਡੂ ਯੂ, ਤੁਸੀਂ ਹਮੇਸ਼ਾ ਸਰ ਵੇਖੋ ਰਿਕੁਐਸਟ ਹੈ ਸਾਡੀ, ਡੋਂਟ ਬ੍ਰੇਕ ਰੂਲਸ। ਤੁਸੀਂ ਤਾਂ ਕਸਟੋਡੀਅਨ ਹੋ ਜੀ, ਕਾਇਦਾ ਕਾਨੂੰਨ ਚਲਾਉਣ ਦਾ। ਹੁਣ ਜ਼ੀਰੋ ਆਰ ਤੇ ਤੁਹਾਨੂੰ ਸੁਣਨੀ ਹੀ ਪੈਣੀ ਹੈ। ਪੰਜਾਬ ਦੇ ਲੋਕਾਂ ਦੀਆਂ ਜਿਹੜੀਆਂ ਪ੍ਰੋਬਲਮਸ ਨੇ ਉਹਦੇ ਮੁਤਾਬਕ ਤੇ ਅਸੀਂ ਗੱਲ ਚੁੱਕਣੀ ਆਪੋਜੀਸ਼ਨ ਨੇ, ਤੁਹਾਨੂੰ ਸੁਣਨੀ ਪੈਣੀ, ਗਵਰਨਮੈਂਟ ਨੂੰ ਜਵਾਬ ਦੇਣਾ ਪੈਣਾ। ਨਹੀਂ ਤਾਂ ਸਾਨੂੰ ਜਵਾਬ ਦੇ ਦਿਓ ਕਿ ਜੀ ਕੈਮਰੇ ਬੰਦ ਕਰਾਓ ਤੇ ਅਸੀਂ ਚਲੇ ਜਾਂਦੇ ਆ। ਇਫ ਯੂ ਵਾਂਟ ਅਸ ਟੂ ਪਾਰਟਿਸਿਪੇਟ ਪਲੀਜ਼ ਡੋਂਟ ਡੂ ਇਟ। ਬੈਠੋ 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 ਜੀ। ਮੰਤਰੀ ਜੀ। श्रीमान जी, मैं प्रस्ताव करता हाँ कि विधान सभा अज इस दे उठ जाण ते अणमिथे समय ਲਈ स्थगित हो जाएगी। ਪ੍ਰਸਤਾਵ ਪੇਸ਼ ਕੀਤਾ ਗਿਆ ਕਿ ਵਿਧਾਨ ਸਭਾ ਅੱਜ ਇਸ ਦੇ ਉੱਠ ਜਾਣ ਤੇ ਅਣਮਿੱਥੇ ਸਮੇਂ ਲਈ ਸਥਗਿਤ ਹੋ ਜਾਵੇਗੀ। ਪ੍ਰਸ਼ਨ ਹੈ ਕਿ ਵਿਧਾਨ ਸਭਾ ਅੱਜ ਇਸ ਦੇ ਉੱਠ ਜਾਣ ਤੇ ਅਣਮਿੱਥੇ ਸਮੇਂ ਲਈ ਸਥਗਿਤ ਹੋ ਜਾਵੇਗੀ। ਜਿਹੜੇ ਮਾਨਯੋਗ ਮੈਂਬਰ ਪ੍ਰਸਤਾਵ ਦੇ ਹੱਕ ਵਿੱਚ ਨੂੰ ਹਾਂ ਕਹਿਣ, ਜਿਹੜੇ ਮਾਨਯੋਗ ਮੈਂਬਰ ਪ੍ਰਸਤਾਵ ਦੇ ਵਿਰੁੱਧ ਹਨ ਉਹ ਨਾ ਕਹਿਣ। ਮੈਂ ਸਮਝਦਾ ਕਿ ਹਾਂ ਪੱਖ ਦੀ ਜਿੱਤ ਹੈ, ਹਾਂ ਪੱਖ ਦੀ ਜਿੱਤ ਹੈ। ਪ੍ਰਸਤਾਵ ਸਵੀਕਾਰ ਹੋਇਆ। ਬਾਜਵਾ ਜੀ ਤੁਸੀਂ ਬੈਠੋ। ਤੁਸੀਂ ਇੰਪੇਸ਼ੈਂਟ ਕਿਉਂ? ਤੁਸੀਂ ਤੇ ਬੜੇ ਥਰਮੇ ਵਾਲੇ ਹੋ। ਬੈਠੋ। ਬੈਠੋ। ਬਾਜਵਾ ਜੀ ਦਾ ਮਾਈਕ ਆਨ ਕਰੋ। ਦੱਸੋ ਇਹ ਵੀ ਕੋਈ ਹੈ ਕੋਈ ਗੱਲ ਹੈ ਜੀ? ਸਰ ਤੁਸੀਂ ਆਪ ਪ੍ਰੋਮਿਸ ਕੀਤਾ, ਦ ਫਰਸਟ ਥਿੰਗ ਦੈਟ ਸ਼ੁਡ ਹੈਵ ਕਮ ਅਕੋਰਡਿੰਗ ਟੂ ਦ ਰੂਲ ਇਜ਼ ਦ ਜ਼ੀਰੋ ਆਰ। ਤੁਸੀਂ ਕਿਹਾ ਨਹੀਂ ਜੀ ਪਹਿਲੇ ਬਾਕੀ ਦਾ ਜਿਹੜੇ ਹੈ ਨੇ ਇਹਨਾਂ ਬਤੇ ਆ ਲੈਣ ਦਿਓ। ਅਸੀਂ ਕਿਹਾ ਠੀਕ ਹੈ, ਤੁਸੀਂ ਉਹ ਗੱਲ ਕਰ ਲਓ। ਉਸ ਤੋਂ ਬਾਅਦ ਤੁਸੀਂ ਪ੍ਰੋਮਿਸ ਕੀਤਾ ਜ਼ੀਰੋ ਐਂਡ ਜ਼ੀਰੋ ਆਰ ਦੇ ਵਿੱਚ ਸਰ ਸੁਣੋ ਮੇਰੀ ਬੇਨਤੀ ਵੀ ਸੁਣੋ। ਬੈਠੋ ਬੈਠੋ। ਬਾਜਵਾ ਜੀ ਤੁਸੀਂ ਤੇ ਲੋਕ ਸਭਾ 'ਚ ਵੀ ਰਹੇ ਹੋ, ਉੱਥੇ ਜ਼ੀਰੋ ਆਵਰ ਰਾਤ ਨੂੰ 10-10 ਵਜੇ ਵੀ ਆਉਂਦਾ ਰਿਹਾ। ਨਹੀਂ ਕੋਈ ਮਾੜੀ ਗੱਲ ਆ ਉਹਦੇ 'ਚ? ਡਿਸਪਿਊਟ ਮੈਂ ਤੁਹਾਨੂੰ 100% ਦੱਸਣਾ, ਉੱਥੇ ਜਿਹੜਾ ਕਾਨੂੰਨ ਹੈ ਜਾਂ ਪਹਿਲੇ ਕੁਐਸਚਨ ਆਰ ਆਉਂਦਾ, ਕੁਐਸਚਨ ਆਰ ਤੋਂ ਬਾਅਦ ਜ਼ੀਰੋ ਆਰ ਆਉਂਦਾ। ਕਈ ਜਗ੍ਹਾ ਦੇ ਉੱਤੇ ਰਾਜ ਸਭਾ 'ਚ ਪਹਿਲੇ ਜ਼ੀਰੋ ਆਰ ਆਉਂਦਾ, ਕੁਐਸਚਨ ਆਰ ਕਮਸ 2 hours late. It has never come at 12 o'clock at night. It is the most important matter ਜਿਹਦੇ ਬਾਰੇ ਪੰਜਾਬ ਦੇ ਲੋਕ ਜਾਣਨਾ ਚਾਹੁੰਦੇ ਨੇ। ਬੈਠੋ ਬੈਠੋ ਬੈਠੋ। ਅਗਲੀ ਆਈਟਮ ਬੈਠੋ ਬੈਠੋ। ਤੁਸੀਂ ਗੱਲ ਤਾਂ ਸੁਣ ਲਓ ਨਾ। ਤੁਸੀਂ ਬੈਠੋ। ਤੁਸੀਂ ਗੱਲ ਸਪੀਕਰ ਦੀ ਗੱਲ ਤੇ ਸੁਣੋਗੇ। ਵਿਸ਼ਵਾਸ ਪ੍ਰਸਤਾਵ ਤੇ ਬਹਿਸ ਮੁੜ ਆਰੰਭ ਕਰਨਾ ਤੇ VOTING। ਤੁਹਾਡੀ ਲਿਸਟ ਨਹੀਂ ਆਈ, ਸਪੀਕਰਸ ਦੀ ਲਿਸਟ ਨਹੀਂ ਆਈ ਬਹਿਸ ਵਾਸਤੇ। ਜੀ ਜੀ ਤੁਸੀਂ ਰਨ ਕਰਨਾ is your responsibility. ਹਾਊਸ ਨੂੰ ਰਨ ਕਰਨਾ ਪੀਸਫੁਲੀ is the responsibility of the parliamentary minister.
ਐਂਡ ਇਫ ਯੂ ਵਾਂਟ ਰਕਸ ਇਨ ਦਿਸ ਹਾਊਸ, ਜੇ ਤੁਸੀਂ ਚਾਹੁੰਦੇ ਹੋ ਕਿ ਪੰਜਾਬ ਦੇ ਕਿਸੇ ਮੁੱਦੇ ਤੇ ਗੱਲ ਹੀ ਨਾ ਹੋ ਸਕੇ, ਫਿਰ ਰਿਸਪੌਂਸਿਬਿਲਿਟੀ ਡਾਇਰੈਕਟਲੀ ਲਾਈਜ਼ ਔਨ ਯੂ। ਜਾਂ ਦੱਸ ਲਓ ਕੀ ਚਾਹੁੰਦੇ ਹੋ, ਨਹੀਂ ਤੇ ਫਿਰ ਅਸੀਂ ਆਉਣ ਲੱਗੇ ਹਾਂ ਉੱਥੇ ਜਿੱਥੇ ਤੁਸੀਂ ਪਹਿਲੇ ਸਾਨੂੰ ਚਾਹੁੰਦੇ ਹੋ। ਬੈਠੋ 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 ਬੈਠੋ। ਨਹੀਂ ਨਹੀਂ, ਬਿਲਕੁਲ ਨਹੀਂ ਚਾਹੁੰਦੇ, ਬੈਠੋ ਤੁਸੀਂ। ਸਦਨ 15 ਮਿੰਟ ਲਈ ਸਥਗਿਤ ਕੀਤਾ ਜਾਂਦਾ ਹੈ। ਤੁਹਾਡੀ ਲਿਸਟ ਬਣਾ ਲਓ ਆਪ ਜੀ।